सत श्री अकाल, स्वागत है। गौरव शुक्ला मैं हाँ तुहाडे नाल बुलेटिन दा आगाज करन जा रहे हैं। सब तो पहला गल होवेगी गुरदास मान दी। जी हाँ, पंजाबी गायक गुरदास मान दी मुश्किलां वधदियां नजर आ रहीआं ने। जलंधर दे विच नकोदर दे विच गुरदास मान दे खिलाफ परचा दर्ज हो गया है। विवादित बयान के मामले दे विच मामला दर्ज किया गया है। बयान के लिए बेशक मुआफी मंग चुके हैं गुरदास मान, पर तुहानूं दस दईए कि जिहड़ियां सिख जथेबंदियां ने लगातार विरोध कर रही सी, धरने दे रही सी कि गुरदास मान के खिलाफ परचा दर्ज किया जाए। तुहानूं दस दईए कि लाडी शाह तीजे गुरु अमरदास जी का वंशज दसिया गया सी गुरदास मान दे वल्लों, ते इस नूं लैके इतराज सी। सिख जथेबंदियां ने बयान के उत्ते इतराज जताया सी, सख्त इतराज जताया गया। नकोदर दे विच एक इकट्ठ भी किया गया सी गुरदास मान के इस बयान के खिलाफ, ते उस तो बाद सिख जथेबंदियां धरना लगा रही सन कि परचा दर्ज किया जाए। तो इस समय जो जानकारी है कि 295A का परचा दर्ज किया गया है। सीधा रुख करते हैं, साडे सहयोगी इस समय साडे नाल ने जलंधर तो सुरिंदर कंबोज। सुरिंदर, की कुछ तुहाडे कोल जानकारी है गुरदास मान दे खिलाफ होए परचे नूं लैके? जी बिल्कुल गौरव, जिद्दां कि पिछले दिनी स्टेज तो खड़ के गुरदास मान ने ਜਿਹੜੇ ਨਕੋਦਰ ਦੇ ਸੀਗੇ ਗਦੀ ਨਸ਼ੀਨ ਸੀਗੇ ਲਾਡੀ ਸ਼ਾਹ ਜੀ, ਉਹਨਾਂ ਦੀ ਤੁਲਨਾ ਜਿਹੜੀ ਸੀ ਉਹਨਾਂ ਨੂੰ ਵੰਸ਼ਜ ਦੱਸਿਆ ਸੀਗਾ ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਦਾ, ਜਿਸ ਨੂੰ ਲੈ ਕੇ ਸਿੱਖ ਸੰਗਤ ਦੇ ਵਿੱਚ ਕਾਫੀ ਰੋਸ ਸੀਗਾ। ਔਰ ਪਿਛਲੇ 4 ਦਿਨਾਂ ਤੋਂ ਐਸਐਸਪੀ ਦਿਹਾਤੀ ਜਿਹੜੇ ਹੈਗੇ ਉਹਨਾਂ ਦੇ ਦਫ਼ਤਰ ਦਾ ਘਿਰਾਵ ਕੀਤਾ ਗਿਆ ਸੀ ਔਰ ਦਿਨ ਰਾਤ ਉੱਥੇ ਧਰਨਾ ਦਿੱਤਾ ਜਾ ਰਿਹਾ ਸੀਗਾ। ਤੇ ਔਰ ਕੱਲ ਤੋਂ ਨਕੋਦਰ ਦੇ ਜਿਹੜੇ ਸਿਟੀ ਥਾਣਾ ਹੈਗਾ ਉਹਦਾ ਵੀ ਘਿਰਾਵ ਕੀਤਾ ਗਿਆ ਸੀ। ਉਸ ਨੂੰ ਦੇਖਦੇ ਹੋਏ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਨੈਸ਼ਨਲ ਹਾਈਵੇ 1 ਨੂੰ ਫਿਰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਸੰਗਤਾਂ ਵੱਲੋਂ, ਜਿਸ ਤੋਂ ਬਾਅਦ ਉਧਰ ਦੇ ਥਾਣਾ ਸਿਟੀ ਥਾਣਾ ਦੇ ਵਿੱਚ ਤੇ 295A ਤਹਿਤ ਜਿਹੜੀ ਆਈਪੀਸੀ ਧਾਰਾ ਸੀਗੀ ਉਹਦੇ ਤਹਿਤ ਮਾਮਲਾ ਦਰਜ ਕੀਤਾ। ਤੇ ਹੁਣ ਸਿੱਖ ਸੰਗਤਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਲਾਇਆ ਗਿਆ ਸੀਗਾ, ਚਾਹੇ ਉਹ ਐਸਐਸਪੀ ਦਫ਼ਤਰ ਦੇ ਬਾਹਰ ਹੋਵੇ, ਚਾਹੇ ਸਿਟੀ ਥਾਣਾ ਨਕੋਦਰ ਦੇ ਬਾਹਰ ਹੋਵੇ, ਚਾਹੇ ਨੈਸ਼ਨਲ ਹਾਈਵੇ 1 ਦੇ ਉੱਤੇ ਲੱਗਾ ਹੋਵੇ, ਸਾਰਾ ਧਰਨਾ ਪ੍ਰਦਰਸ਼ਨ ਉਹਨਾਂ ਵੱਲੋਂ ਚੱਕ ਲਿੱਤਾ ਗਿਆ। ਤੇ ਔਰ ਜਦੋਂ FIR ਲਾਂਚ ਹੋਈ ਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਕਾਫੀ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਲਾਉਣ ਤੋਂ ਰੋਕਿਆ ਗਿਆ। ਤਾਂ ਹੁਣ ਇਸ ਵੇਲੇ ਜਿੰਨੇ ਵੀ ਧਰਨੇ ਪ੍ਰਦਰਸ਼ਨ ਲੱਗੇ ਸੀਗੇ ਇਸ ਘਟਨਾ ਤੋਂ ਬਾਅਦ ਉਹ ਸਾਰੇ ਧਰਨਾ ਪ੍ਰਦਰਸ਼ਨ ਜਿਹੜੇ ਹੈਗੇ ਚੱਕ ਲਿੱਤੇ ਗਏ। ठीक है, 295A धारा लगाई गई है, यानी कि धार्मिक भावनावां भड़काउण दी। ਜੀ ਬਿਲਕੁਲ, 295A ਜਿਹੜੀਆਂ ਧਾਰਮਿਕ ਭਾਵਾਂ ਨੂੰ ਠੇਸ ਜਿਹੜੀ ਪਹੁੰਚਾਈ ਗਈ ਗੁਰਦਾਸ ਮਾਨ ਵੱਲੋਂ, ਉਸ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਨਕੋਦਰ ਦੇ ਥਾਣਾ ਸਿਟੀ ਥਾਣਾ ਵਿੱਚ। ਜੀ ਚਲੋ ਸ਼ੁਕਰੀਆ ਸੁਰਿੰਦਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਗੁਰਦਾਸ ਮਾਨ ਪੰਜਾਬ ਦਾ ਇੱਕ ਵੱਡਾ ਨਾਮ ਹੈ ਪੰਜਾਬੀ ਗਾਇਕੀ ਦਾ। ਕਈ ਦਹਾਕਿਆਂ ਤੋਂ ਲਗਾਤਾਰ ਆਪਣੇ ਗਾਣਿਆਂ ਦੇ ਜ਼ਰੀਏ ਪੰਜਾਬੀਆਂ ਦਾ ਮਨੋਰੰਜਨ ਕਰਦੇ ਆ ਰਹੇ ਨੇ, ਪਰ ਪਿਛਲੇ ਕੁਝ ਸਮੇਂ ਦੇ ਵਿੱਚ ਗੁਰਦਾਸ ਮਾਨ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹੇ ਨੇ। ਪਹਿਲਾਂ ਉਹਨਾਂ ਦੇ ਵੱਲੋਂ ਪੰਜਾਬੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ, ਉਸ ਤੋਂ ਬਾਅਦ ਜਦੋਂ ਕੈਨੇਡਾ ਦੇ ਵਿੱਚ ਸੀ ਉੱਥੇ ਵਿਰੋਧ ਹੋਇਆ ਤੇ ਸਟੇਜ ਤੋਂ ਇੱਕ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਗੁਰਦਾਸ ਮਾਨ ਦੇ ਵੱਲੋਂ, ਉਸ ਨੂੰ ਲੈ ਕੇ ਜ਼ਬਰਦਸਤ ਵਿਰੋਧ ਹੋਇਆ, ਵਿਵਾਦਾਂ ਦੇ ਵਿੱਚ ਘਿਰੇ। ਤੇ ਹੁਣ ਜਿਹੜਾ ਵੰਸ਼ਜ ਦੱਸ ਦਿੱਤਾ ਗਿਆ ਲਾਡੀ ਸ਼ਾਹ ਨੂੰ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦਾ, ਉਸ ਤੋਂ ਬਾਅਦ ਵੀ ਵਿਰੋਧ ਹੋ ਰਿਹਾ ਹੈ ਤੇ ਹੁਣ ਪਰਚਾ ਦਰਜ ਕਰ ਦਿੱਤਾ ਗਿਆ 295 ਦਾ। ਤੁਹਾਨੂੰ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ ਮਾਫੀ ਮੰਗ ਚੁੱਕੇ ਨੇ ਗੁਰਦਾਸ ਮਾਨ। ਕੀ ਕੁਝ ਉਹਨਾਂ ਨੇ ਮਾਫੀ ਦੇ ਵਿੱਚ ਕਿਹਾ ਸੀ ਤੇ ਕਿਹੜੇ ਬਿਆਨ ਨੂੰ ਲੈ ਕੇ ਇਤਰਾਜ਼ ਸੀ, ਦੋਵੇਂ ਸੁਣੋ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰੇ ਗੁਰਮੁਖੋ, ਬਾਬਾ ਮੁਰਾਦ ਸ਼ਾਹ ਜੀ ਦੇ ਡੇਰੇ ਵਿੱਚ ਹੋਈ ਗੱਲ ਆਪਣੇ ਗੁਰੂਆਂ ਦਾ ਅਪਮਾਨ ਕਰਨ ਦੀ ਕਦੇ ਵੀ ਨਹੀਂ ਹੋ ਸਕਦੀ, क्योंकि संत का निंदक महा अताई, संत का निंदक खिन टिकन न पाई, संत का निंदक महा हथियारा, संत का निंदक परमेश्वर मारा। गुरु साहिबाना की किसी नाल तुलना नहीं हो सकती। हाँ, मैं इस गल का जिक्र किया सी कि गुरु नानक पातशाह जी महाराज जी के तीसरे स्वरूप श्री गुरु अमरदास जी महाराज भले परिवार दे विच पैदा हो और मेरे साईं जी भी नकोदर विखे भले परिवार दे विच पैदा होए। हाँ, ये गल मैं जरूर की है, मगर गुरु साहिबाना की तुलना किसी नाल भी नहीं हो सकती, क्योंकि वो सतगुरु ने, परम सतगुरु ने, आदि गुरु ने। उन्हों का अपमान किस तरह हो सकता, मैं सोच भी नहीं सकता। और मेरे वालों कही हुई गल किसी के दिल विच भी गलती नाल भी कोई ठेस पहुंचा गई होवे तो मैं उसलिए 100 बारी माफ़ी मंगा। और अपना ख्याल रखना, सेहत तंदुरुस्ती परमात्मा बनाई रखे, एक इतफाक मुहब्बत बनाई रखे। इन्हां गल्लां दे नाल वाहिगुरू जी का खालसा, वाहिगुरू जी की। ਤੇ ਗੁਰਦਾਸ ਮਾਨ ਦੇ ਵੱਲੋਂ ਜਿਹੜੀ ਮਾਫੀ ਮੰਗੀ ਗਈ ਸੀ ਉਹ ਬਿਆਨ ਅਸੀਂ ਤੁਹਾਨੂੰ ਸੁਣਵਾਇਆ। ਦਰਅਸਲ ਗੁਰਦਾਸ ਮਾਨ ਨੇ ਇੱਕ ਸਟੇਜ ਤੋਂ ਜ਼ਿਕਰ ਕੀਤਾ ਸੀ ਕਿ ਜੋ ਲਾਡੀ ਸ਼ਾਹ ਜੀ ਨੇ ਉਹ ਵੰਸ਼ਜ ਨੇ, ਤੀਜੇ ਗੁਰੂ ਅਮਰਦਾਸ ਜੀ ਦੇ ਵੰਸ਼ਜ ਨੇ ਤੇ
ਉਸ ਨੂੰ ਲੈ ਕੇ ਵਿਵਾਦ ਹੋਇਆ। ਹਾਲਾਂਕਿ ਗੁਰਦਾਸ ਮਾਨ ਸਾਹਮਣੇ ਆਉਂਦੇ ਨੇ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਬਿਆਨ ਜਾਰੀ ਕਰਦੇ ਨੇ ਤੇ ਕਹਿੰਦੇ ਨੇ ਕਿ ਮੈਂ ਤੁਲਨਾ ਨਹੀਂ ਕੀਤੀ, ਮੈਂ ਵੰਸ਼ਜ ਦੱਸਿਆ ਸੀ ਕਿਉਂਕਿ ਉਹ ਭੱਲਾ ਪਰਿਵਾਰ ਤੋਂ ਆਉਂਦੇ ਨੇ। ਲਾਡੀ ਸ਼ਾਹ ਜੀ ਤੇ ਗੁਰੂ ਅਮਰਦਾਸ ਜੀ ਵੀ ਉਸੇ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਸਨ, ਇਸ ਕਰਕੇ ਮੈਂ ਇਹ ਕਿਹਾ ਸੀਗਾ ਕਿ ਵੰਸ਼ਜ ਨੇ। ਖੈਰ ਫਿਲਹਾਲ ਜਥੇਬੰਦੀਆਂ ਨੂੰ ਇਹ ਮਾਫੀ ਰਾਸ ਨਹੀਂ ਆਈ ਹੈ ਤੇ ਪਰਚਾ ਦਰਜ ਹੋ ਚੁੱਕਿਆ ਹੈ ਗੁਰਦਾਸ ਮਾਨ ਦੇ ਖਿਲਾਫ। ਹੁਣ ਅੱਗੇ ਵਧਦਿਆਂ ਤੇ ਗੱਲ ਹੋਵੇਗੀ ਪੰਜਾਬ ਕੈਬਨਿਟ ਦੀ। ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ। ਜਾਂ ਕਹੀਏ ਕਿ ਇਲੈਕਸ਼ਨ ਈਅਰ ਦੇ ਵਿੱਚ ਹੁਣ ਸੌਗਾਤਾਂ ਦੇ ਗੱਫੇ ਦਿੱਤੇ ਜਾ ਰਹੇ ਨੇ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ। ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡਾ ਫੈਸਲਾ ਲਿਆ ਗਿਆ। ਤਨਖਾਹ ਤੇ ਪੈਨਸ਼ਨਾਂ ਦੇ ਵਿੱਚ 15% ਦਾ ਵਾਧਾ ਕੀਤਾ ਗਿਆ ਹੈ। ਮੁਲਾਜ਼ਮਾਂ ਪੈਨਸ਼ਨਰਜ਼ ਨੂੰ 1500 ਕਰੋੜ ਦਾ ਵਾਧੂ ਬੋਨਸ ਦਿੱਤਾ ਗਿਆ ਹੈ। ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਬੇਸਿਕ ਪੇ ਦੇ ਵਿੱਚ 15% ਦਾ ਇਜ਼ਾਫਾ ਕਰ ਦਿੱਤਾ ਗਿਆ। ਵੱਡੀ ਖਬਰ ਹੈ ਇਸ ਸਮੇਂ ਦੀ। ਸੀਐਮ ਨੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਹੱਲ ਦੇ ਵੀ ਹੁਕਮ ਦਿੱਤੇ ਨੇ। ਪ੍ਰਦਰਸ਼ਨ ਜਾਰੀ ਰਹਿਣ ਤੇ ਸਖਤ ਕਾਰਵਾਈ ਕਰਨ ਨੂੰ ਵੀ ਕਿਹਾ ਹੈ। ਤਾਂ ਵੱਡੀ ਖਬਰ ਹੈ ਇਸ ਸਮੇਂ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਕਿਵੇਂ ਫਾਇਦਾ ਹੋਏਗਾ। ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ ਹੈ। ਤਨਖਾਹ ਤੇ ਪੈਨਸ਼ਨਾਂ ਦੇ ਵਿੱਚ 15% ਵਾਧੇ ਦਾ ਐਲਾਨ ਕਰ ਦਿੱਤਾ ਗਿਆ। ਮੁਲਾਜ਼ਮਾਂ ਪੈਨਸ਼ਨਰਜ਼ ਨੂੰ 1500 ਕਰੋੜ ਦਾ ਵਾਧੂ ਬੋਨਸ ਦਿੱਤਾ ਗਿਆ ਸਰਕਾਰ ਦੇ ਵੱਲੋਂ। ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ। ਤਾਂ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀ ਜੋ ਬੇਸਿਕ ਪੇ ਹੁੰਦੀ ਹੈ ਉਸ ਦੇ ਵਿੱਚ 15% ਦਾ ਵਾਧਾ ਕੀਤਾ ਗਿਆ ਹੈ। ਯਾਨੀ ਕਿ ਜੇਕਰ ਕਿਸੇ ਦੀ 10000 ਬੇਸਿਕ ਪੇ ਹੈ ਤਾਂ ਫਿਰ 1500 ਰੁਪਏ ਦਾ ਵਾਧਾ। ਜੇਕਰ ਕਿਸੇ ਦੀ 20000 ਰੁਪਏ ਬੇਸਿਕ ਸੈਲਰੀ ਹੈ ਤਾਂ ਕਰੀਬ 3000 ਦਾ ਵਾਧਾ। ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਿੱਧਾ ਰੁਕ ਕਰਦੇ ਹਾਂ। ਪੰਕਜ ਕਪਾਹੀ ਸਾਡੇ ਸਹਿਯੋਗੀ ਸਾਡੇ ਨਾਲ ਨੇ। ਪੰਕਜ ਸਮਝਾਓ ਕਿ ਤਨਖਾਹਾਂ ਹੁਣ ਵੱਧ ਕੇ ਆਉਣਗੀਆਂ, ਕੀ ਮਤਲਬ ਕੱਢਿਆ ਜਾਵੇ ਇਸ ਦਾ ਜੋ 15% ਬੇਸਿਕ ਤਨਖਾਹ ਦੇ ਉੱਤੇ ਇਜ਼ਾਫੇ ਦਾ ਕੈਬਨਿਟ ਨੇ ਐਲਾਨ ਕੀਤਾ ਹੈ। बिल्कुल बिल्कुल गौरव, क्योंकि लगातार जो सरकारी मुलाजम ने वो ਮੰਗ ਕਰ ਰਹੇ ਸੀਗੇ, ਉਹ ਕਹਿ ਰਹੇ ਸੀਗੇ ਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਜਦੋਂ ਸੱਤਾ ਤੋਂ ਆਉਣ ਤੋਂ ਪਹਿਲਾਂ, ਉਹ ਵਾਅਦੇ ਜਿਹੜੀ ਹੈ ਉਹ ਪੰਜਾਬ ਸਰਕਾਰ ਨਹੀਂ ਨਿਭਾ ਰਹੀ। ਔਰ ਇਸੇ ਵਜ੍ਹਾ ਕਰਕੇ ਅਸੀਂ ਦੇਖ ਰਹੇ ਸੀਗੇ ਕਿ ਸੈਕਟਰੀਏਟ ਦੇ ਵਿੱਚ ਵੀ ਵਿਰੋਧ ਪ੍ਰਦਰਸ਼ਨ ਸਰਕਾਰੀ ਮੁਲਾਜ਼ਮਾਂ ਦਾ ਹੋ ਰਿਹਾ ਸੀ ਔਰ ਕਈ ਥਾਵਾਂ ਤੇ ਪ੍ਰਦਰਸ਼ਨ ਕਰ ਰਹੇ ਸੀਗੇ। ਇਸ ਨੂੰ ਤਲਕ ਇੱਕ ਸਬ ਕਮੇਟੀ ਵੀ ਪੰਜਾਬ ਸਰਕਾਰ ਵੱਲੋਂ ਕੁਝ ਮੰਤਰੀਆਂ ਦੀ ਬਣਾਈ ਗਈ ਸੀਗੀ ਜਿਹੜੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ। ਔਰ ਉਸ ਤੋਂ ਬਾਅਦ ਹੀ ਇਹ ਫੈਸਲਾ ਜਿਹੜਾ ਵਾ ਉਹ ਲਿੱਤਾ ਗਿਆ ਕਿ ਹੁਣ ਜਿਹੜੀ ਬੇਸਿਕ ਤਨਖਾਹ ਹੈ ਉਸ ਦੇ ਵਿੱਚ 15% ਜਿਹੜਾ ਵਾ ਉਹ ਇਨਕਰੀਜ਼ ਕੀਤਾ ਗਿਆ। ਸਰਕਾਰੀ ਮੁਲਾਜ਼ਮਾਂ ਨੂੰ ਇੱਕ ਵੱਡਾ ਤੋਹਫਾ ਜਿਹੜਾ ਵਾ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ। ਔਰ ਇਸ ਦਾ ਸਿੱਧਾ ਇਹ ਕਹੀਏ ਕਿ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਉੱਤੇ 1500 ਕਰੋੜ ਰੁਪਏ ਦਾ ਫਰਕ ਜਿਹੜਾ ਵਾ ਉਹ ਨਜ਼ਰ ਆਏਗਾ। ਲੇਕਿਨ ਇੱਕ ਵੱਡੀ ਸੌਗਾਤ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਫਿਰ ਜਿਹੜੇ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਵੀ ਇਸ ਦਾ ਸਿੱਧਾ ਫਾਇਦਾ ਜਿਹੜਾ ਵਾ ਉਹ ਮਿਲਦਾ ਹੋਇਆ ਨਜ਼ਰ ਆਏਗਾ। ਗੌਰਵ ਪੰਕਜ, ਇੱਕ ਹੋਰ ਛੋਟੀ ਜਿਹੀ ਗੱਲ ਸਮਝਣੀ ਜ਼ਰੂਰ ਚਾਹਾਂਗਾ ਕਿਉਂਕਿ ਇੱਕ ਪਾਸੇ 6th ਪੇ ਕਮਿਸ਼ਨ ਦਾ ਜ਼ਿਕਰ ਹੋ ਰਿਹਾ ਸੀ ਕਿ ਪੇ ਕਮਿਸ਼ਨ ਲੱਗੇਗਾ ਜਾਂ ਲਗਾਇਆ ਜਾਣਾ, ਉਹ ਵੀ ਕਿਤੇ ਨਾ ਕਿਤੇ ਅਜੇ ਸਥਿਤੀ ਸਪਸ਼ਟ ਨਹੀਂ ਹੈ। ਤੇ ਇਸ ਵਿਚਾਲੇ ਕੀ ਇਹ ਸਾਰੇ ਮੁਲਾਜ਼ਮਾਂ ਨੂੰ ਹੋਏਗਾ? ਕਿਉਂਕਿ ਹੁਣ ਸੈਕਟਰੀਏਟ ਦੇ ਵਿੱਚ ਵੀ ਮੁਲਾਜ਼ਮ ਨੇ, ਟੀਚਰ ਵੀ ਹੈਗੇ ਨੇ, ਪੁਲਿਸ ਮੁਲਾਜ਼ਮ ਵੀ ਹੈਗੇ ਨੇ, ਬਹੁਤ ਸਾਰੇ ਡਿਪਾਰਟਮੈਂਟ ਨੇ ਵੱਖ-ਵੱਖ ਜਿਹੜੇ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਨੇ। ਸਭ ਦੇ ਲਈ ਹੈ ਜਾਂ ਕੋਈ ਖਾਸ ਕੈਟਾਗਰੀ ਦੇ ਲਈ? ਬਿਲਕੁਲ ਗੌਰਵ, ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਜਿਹੜੇ ਸਰਕਾਰ ਵੱਲੋਂ ਪੱਕੇ ਤੌਰ ਤੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਇਸ ਦਾ ਸਿੱਧਾ ਫਾਇਦਾ ਜਿਹੜਾ ਵਾ ਉਹ ਮਿਲਦਾ ਹੋਇਆ ਨਜ਼ਰ ਆਏਗਾ। ਚਾਹੇ ਉਹ ਸੈਕਟਰੀਏਟ ਦੇ ਵਿੱਚ ਹੋਣ ਜਾਂ ਫਿਰ ਸਰਕਾਰ ਦੇ ਵੱਖ-ਵੱਖ ਮਹਿਕਮਿਆਂ 'ਚ ਹੋਣ ਜਾਂ ਸਰਕਾਰੀ ਟੀਚਰ ਹੋਣ ਜਾਂ ਡਾਕਟਰ ਹੋਣ, ਉਹਨਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲਦਾ ਹੋਇਆ ਨਜ਼ਰ ਆਏਗਾ।